प्यारे बच्चिओ, इस वीडियो राही मैं तुहानू जो तुहाडा 22 मंथली इंग्लिश का जुलाई टैसट होना है उसके जो अंकों की वंड है, उसके जो मार्क्स की वंड है वो किस तरह है ਅਤੇ ਤੁਹਾਨੂੰ ਕਿਹੜੀ मेन कोर्स सप्लीमेंटरी ਦੇ ਵਿੱਚੋਂ ਕਿੰਨੇ ਕਿੰਨੇ क्वेश्चन आने ने इन्हां बारे ਤੁਹਾਨੂੰ मैं दसांगा। तो मैं बिल्कुल आम भाषा आम लैंगुएज ਦੇ ਵਿੱਚ ਹੀ दसांगा ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ समझ आ सके। सब तो पहला ਤੁਹਾਨੂੰ 5 क्वेश्चन आउणगे एक नंबरां ਦੇ। ਤੁਹਾਨੂੰ 5 क्वेश्चन आउणगे 1 मार्क्स ਦੇ, जिन्हां ਦੇ ਵਿੱਚੋਂ जो ਤੁਹਾਨੂੰ सप्लीमेंटरी ਅਤੇ मेन कोर्स ਦੋਨਾਂ ਦੀਆਂ बुक्स ਦੇ ਵਿੱਚੋਂ ਆਉਣਗੇ। ਜਿਵੇਂ कि ਤੁਹਾਡਾ ਪਹਿਲਾ क्वेश्चन है वेयर वाज द swallow गोइंग, चिड़ी कित्थे जा रही सी। द swallow was going to Egypt, जो अबाबील सी, जो चिड़ी सी ਉਹ मिस्र देश ਨੂੰ ਜਾ ਰਹੀ ਸੀ। जो इजिप्ट है उसनूं पंजाबी ਦੇ ਵਿੱਚ मिस्र देश ਕਿਹਾ ਜਾਂਦਾ है। अगला मशीनस गिव अस मोर एंड मोर आवर्स ऑफ लेजर, जो मशीनां ਹਨ ਉਹ ਸਾਨੂੰ ਵੱਧ ਤੋਂ ਵੱਧ ਘੰਟੇ ਆਰਾਮ ਦਿੰਦੀਆਂ ਹਨ। ਕਿਉਂਕਿ ਜਿਹੜਾ ਕੰਮ ਪਹਿਲਾਂ ਵਿਅਕਤੀ ਕਰਦੇ ਸਨ, ਜਿਹੜਾ ਕੰਮ ਪਹਿਲਾਂ ਲੋਕ ਕਰਦੇ ਸਨ, ਹੁਣ ਲੋਕਾਂ ਦਾ ਉਹ ਕੰਮ ਮਸ਼ੀਨਾਂ ਨੇ ਸੌਖਾ ਕਰ ਦਿੱਤਾ ਅਤੇ ਮਸ਼ੀਨਾਂ ਨੇ ਸਾਨੂੰ ਵੱਧ ਤੋਂ ਵੱਧ ਘੰਟੇ ਆਰਾਮ ਦੇ ਦਿੱਤੇ ਹਨ। ਜਿਵੇਂ ਕਿ ਪਹਿਲਾਂ ਜੇਕਰ ਅਸੀਂ ਦੇਖੀਏ, ਪਹਿਲਾਂ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਔਰਤਾਂ ਚਰਖਾ ਕੱਤ ਕੇ ਕੱਪੜਾ ਬਣਾਇਆ ਕਰਦੀਆਂ ਸਨ, ਪਰ ਮਸ਼ੀਨਾਂ ਨੇ ਉਹ ਕੰਮ ਬਿਲਕੁਲ ਸੌਖਾ ਕਰ ਦਿੱਤਾ। ਤਾਂ ਕਰਕੇ ਜੋ ਮਸ਼ੀਨਾਂ ਹਨ ਉਹ ਸਾਨੂੰ ਵੱਧ ਤੋਂ ਵੱਧ ਘੰਟੇ ਆਰਾਮ ਦਿੰਦੀਆਂ ਹਨ। ਦ ਆਥਰ ਰੀਗੇਨਡ ਹਿਜ਼ ਆਈਸਾਈਟ ਆਫਟਰ ਦਾ ਆਪਰੇਸ਼ਨ, ਜੋ ਲੇਖਕ ਸੀਗਾ ਉਸਨੂੰ ਥਰਡ ਆਪਰੇਸ਼ਨ, ਉਸਨੂੰ ਤੀਸਰੇ ਆਪਰੇਸ਼ਨ ਤੋਂ ਬਾਅਦ ਉਸਦੀ ਅੱਖਾਂ ਦੀ ਰੋਸ਼ਨੀ ਸੀ ਜੋ ਉਹ ਵਾਪਸ ਆ ਗਈ ਸੀ। ਕਿਉਂਕਿ ਉਸਦੇ 2 ਆਪਰੇਸ਼ਨ ਪਹਿਲਾਂ ਫੇਲ ਹੋ ਚੁੱਕੇ ਸਨ ਅਤੇ ਤੀਜੇ ਆਪਰੇਸ਼ਨ ਤੋਂ ਬਾਅਦ ਉਸਦੀ ਜੋ ਉਸਦਾ ਆਪਰੇਟ ਹੋਇਆ ਸੀ ਉਸ ਤੋਂ ਬਾਅਦ ਉਸਦੀ ਜੋ ਨਜ਼ਰ ਸੀ ਜੋ ਉਹ ਵਾਪਸ ਆ ਗਈ ਸੀ। ਭਾਵ ਉਹ ਅੰਨਾ ਹੋ ਗਿਆ ਸੀ ਪਹਿਲਾਂ ਐਕਸੀਡੈਂਟ ਕਰਕੇ, ਪਰ ਥਰਡ ਆਪਰੇਸ਼ਨ ਤੋਂ ਬਾਅਦ ਉਸਦੀ ਨਜ਼ਰ ਬਿਲਕੁਲ ਠੀਕ ਹੋ ਗਈ ਸੀ। ਇਹ ਹੈਪੀ ਮੈਨ ਓਵੇਜ਼ ਦਾ ਰੂਲਸ ਆਫ, ਜੋ ਇੱਕ ਵਧੀਆ ਇਨਸਾਨ ਹੁੰਦਾ ਹੈ, ਇੱਕ ਚੰਗੇ ਕਿਸਮ ਦਾ ਇਨਸਾਨ ਹੁੰਦਾ ਹੈ। ਇਹ ਹੈਪੀ ਮੈਨ, ਇਹ ਜੋ ਖੁਸ਼ ਮਿਜਾਜ ਵਿਅਕਤੀ ਹੁੰਦਾ ਹੈ, ਉਹ ਹਮੇਸ਼ਾ ਵਿਸ਼ਵਾਸ ਕਰਦਾ ਹੈ। ਉਹ ਅਵੇ ਦਾ ਰੂਲਸ ਆਫ ਗੁੱਡਨੈਸ, ਉਹ ਹਮੇਸ਼ਾ ਚੰਗਿਆਈ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ। ਉਹ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ, ਭਾਵ ਹਮੇਸ਼ਾ ਉਹ ਗੁੱਡਨੈਸ ਚੰਗਿਆਈ ਦੇ ਰੂਲਸ ਨੂੰ ਅਵੇ ਕਰਦਾ ਹੈ। ਅਲਟੀਮੇਟ ਫੇਟ ਆਫ ਆਲ ਹਿਊਮਨ ਬੀਇੰਗਸ ਇਜ਼, ਅਖੀਰ ਜੋ ਸਾਡੀ ਆਖਰੀ ਕਿਸਮਤ ਹੈ, ਹਰੇਕ ਵਿਅਕਤੀ ਦੀ ਉਹ ਮੌਤ ਹੈ। ਕਿਉਂਕਿ ਅਸੀਂ ਅਖੀਰ ਨੂੰ ਸਾਨੂੰ ਮੌਤ ਹੀ ਆਉਂਦੀ ਹੈ। ਕੋਈ ਵੀ ਵਿਅਕਤੀ ਡੈਥ ਤੋਂ ਬਚ ਨਹੀਂ ਸਕਦਾ। ਦ ਅਲਟੀਮੇਟ ਫੇਟ ਆਫ ਆਲ ਹਿਊਮਨ ਬੀਇੰਗਸ ਇਜ਼ ਡੈਥ, ਸਾਰੇ ਵਿਅਕਤੀਆਂ ਦੀ ਜੋ ਆਖਰੀ ਕਿਸਮਤ ਉਹਨਾਂ ਦੀ ਡੈਥ ਹੈ, ਮੌਤ ਹੈ। ਇਹ ਤੁਹਾਨੂੰ 5 ਅੰਕਾਂ ਦੇ 5 ਮਾਰਕਸ ਦੇ 5 ਕੁਐਸਚਨ ਆਉਣਗੇ ਜੋ ਤੁਸੀਂ ਨੇ ਸਾਰੇ ਦੇ ਸਾਰੇ ਕਰਨੇ ਹਨ। ਇਹ ਤੁਹਾਨੂੰ MCQ ਫਿਲਅਪਸ ਆਉਣਗੇ। ਉਸ ਤੋਂ ਅੱਗੇ ਤੁਹਾਨੂੰ ਜੋ ਤੁਹਾਡੀ ਮੇਨ ਕੋਰਸ ਦੀ ਬੁੱਕ ਹੈ, ਮੇਨ ਕੋਰਸ ਦੀ ਬੁੱਕ ਵਿੱਚੋਂ ਤੁਹਾਨੂੰ 3 ਕੁਐਸਚਨ ਆਉਣੇ ਨੇ ਅਤੇ ਜਿਨ੍ਹਾਂ ਵਿੱਚੋਂ 2 ਕਰਨੇ ਨੇ ਅਤੇ ਉਹ ਦੋ ਨੰਬਰਾਂ ਦੇ ਹਨ। ਭਾਵ ਹਰੇਕ ਕੁਐਸਚਨ 2 ਮਾਰਕਸ ਦਾ ਹੈ, ਹਰੇਕ ਕੁਐਸਚਨ 2 ਅੰਕਾਂ ਦਾ ਹੈ। ਵੇਅਰ ਵਾਜ਼ ਦਾ ਡਰੋਪਸ ਕਮਿੰਗ ਫਰੋਮ, ਬੂੰਦਾਂ ਕਿੱਥੋਂ ਆ ਰਹੀਆਂ ਸਨ। ਤੁਸੀਂ ਪੜ੍ਹਿਆ ਹੈ ਜੋ ਬੂੰਦਾਂ ਸਨ, ਹੰਝੂ ਸਨ, ਉਹ ਹੈਪੀ ਪ੍ਰਿੰਸ ਖੁਸ਼ ਰਾਜਕੁਮਾਰ ਦੀਆਂ ਅੱਖਾਂ ਵਿੱਚੋਂ ਆ ਰਹੇ ਸਨ। ਦ ਡਰੋਪਸ ਵਰ ਕਮਿੰਗ ਫਰੋਮ ਦ ਆਈਜ਼ ਆਫ ਹੈਪੀ ਪ੍ਰਿੰਸ, ਜੋ ਬੂੰਦਾਂ ਸਨ ਉਹ ਖੁਸ਼ ਰਾਜਕੁਮਾਰ ਦੀਆਂ ਅੱਖਾਂ ਵਿੱਚੋਂ ਆ ਰਹੀਆਂ ਸਨ। ਵਟ ਵਾਰ ਦਾ ਕੌਨਸ਼ੀਅਸ ਆਫ ਵਾਰ,
ਯੁੱਧ ਦੇ ਕੀ ਨਤੀਜੇ ਹਨ। ਜਿਵੇਂ ਕਿ ਹੁਣੇ ਪਿੱਛੇ ਜੇ ਹੋ ਕੇ ਹਟਿਆ ਕਿ ਇੰਡੋ ਚਾਈਨਾ ਕਿ ਭਾਰਤੀ ਚੀਨ ਦੇ ਬਾਰਡਰ ਉੱਤੇ 20 ਭਾਰਤੀ ਜਵਾਨ ਮਾਰੇ ਗਏ, ਜਿਸ ਵਿੱਚ ਫਿਰ ਅਸੀਂ ਦੇਖਿਆ ਜੋ 20 ਭਾਰਤੀ ਜਵਾਨ ਮਾਰੇ ਗਏ ਤਾਂ ਫਿਰ ਜੋ ਯੁੱਧ ਹੈ, ਜੋ ਲੜਾਈ ਹੈ, ਉਸ ਦੇ ਕੀ ਨਤੀਜੇ ਹੁੰਦੇ ਹਨ। ਜੋ ਲੜਾਈ ਦੇ ਨਤੀਜੇ ਹਨ ਉਹ ਮੌਤ ਹੈ, ਤਬਾਹੀ ਹੈ, ਭਾਵ ਵਾਰ ਕਾਉਜ਼ਜ਼ ਡੈਥ ਐਂਡ ਡਿਸਟਰਕਸ਼ਨ, ਭਾਵ ਜੋ ਯੁੱਧ ਹੈ ਉਹ ਮੌਤ ਅਤੇ ਤਬਾਹੀ ਲਿਆਉਂਦੀ ਹੈ। ਹੋਰ ਯੁੱਧ ਦੇ ਪੱਲੇ ਕੁਛ ਨਹੀਂ ਹੁੰਦਾ। ਜਿਵੇਂ ਕਿ ਅਸੀਂ ਆਹੀ 10 ਕੁ ਦਿਨ ਹੋਏ ਨੇ ਅਸੀਂ ਖਬਰਾਂ ਵਿੱਚ ਪੜ੍ਹਦੇ ਆਏ ਹਾਂ ਕਿ ਇੰਡੋ ਚਾਈਨਾ ਬਾਰਡਰ ਦੇ ਉੱਤੇ ਗਲਵਾਨ ਘਾਟੀ ਦੇ ਵਿੱਚ ਚੀਨੀਆਂ ਨੇ 20 ਭਾਰਤੀ ਸੈਨਿਕ ਮਾਰ ਦਿੱਤੇ। ਤਾਂ ਫਿਰ ਕੀ ਹੋਇਆ? ਮੌਤ ਹੋਈ, ਤਬਾਹੀ ਹੋਈ। ਤਾਂ ਜੋ ਫਿਰ ਵਾਰ ਹੈ, ਜੋ ਯੁੱਧ ਹੈ, ਉਸ ਦਾ ਨਤੀਜਾ ਕੀ ਨਿਕਲਦਾ ਗਾ? ਵਾਰ ਕਾਉਜ਼ਜ਼ ਡੈਥ ਐਂਡ ਡਿਸਟਰਕਸ਼ਨ। ਉਸ ਤੋਂ ਅਗਲਾ ਰਾਈਟ ਦਾ ਸੈਂਟਰਲ ਆਈਡੀਆ ਆਫ ਪੋਇਮ ਡੈਥ ਦਾ ਲੇਬਲਰ। ਜੋ ਪੋਇਮ ਹੈ ਡੈਥ ਦਾ ਲੇਬਲਰ, ਉਸ ਦਾ ਜੋ ਕੇਂਦਰੀ ਭਾਵ ਹੈ ਉਹ ਕੀ ਹੈ? ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪਤਾ ਹੈ, ਡੈਥ ਦਾ ਲੇਬਲਰ ਭਾਵ ਲੇਬਲ ਹੁੰਦਾ ਗਾ ਬਰਾਬਰ। ਜੋ ਡੈਥ ਹੈਗੀ ਉਹ ਇੱਕ ਲੇਬਲਰ ਹੈਗੀ, ਭਾਵ ਉਹ ਕਿਸੇ ਨੂੰ ਨਹੀਂ ਛੱਡਦੀ। ਇਸ ਦੇ ਆਨਸਰ ਮੈਂ ਨੀਚੇ ਕੀਤੇ ਹੋਏ ਹਨ, ਇਸ ਤੋਂ ਦੇਖ ਕੇ ਵੀ ਤੁਸੀਂ ਕਰ ਸਕਦੇ ਹੋ। ਜਿਵੇਂ ਕਿ ਇਸ ਦਾ ਆਨਸਰ ਹੈ, ਦਿਸ ਇਜ਼ ਵੈਰੀ ਬਿਊਟੀਫੁਲ ਪੋਇਮ। ਜੋ ਇਹ ਕਵਿਤਾ ਹੈ, ਇਹ ਪੋਇਮ ਹੈ, ਇਹ ਬਹੁਤ ਵਧੀਆ ਹੈ। ਇਟ ਗਿਵਜ਼ ਏ ਗੁੱਡ ਮੈਸੇਜ। ਇਹ ਇੱਕ ਵਧੀਆ ਮੈਸੇਜ ਦਿੰਦੀ ਹੈ। ਜਿਹੜੀਆਂ ਇਹ 2 ਲਾਈਨਸ ਨੇਗੀਆਂ, ਪਹਿਲੀਆਂ 2 ਲਾਈਨਸ, ਦਿਸ ਇਜ਼ ਏ ਵੈਰੀ ਬਿਊਟੀਫੁਲ ਪੋਇਮ, ਇਟ ਗਿਵਜ਼ ਏ ਗੁੱਡ ਮੈਸੇਜ, ਇਹ ਤੁਸੀਂ ਹਰੇਕ ਪੋਇਮ ਦੇ ਸ਼ੁਰੂ ਵਿੱਚ ਲਿਖ ਸਕਦੇ ਹੋ, ਜਿਸ ਨਾਲ ਤੁਹਾਡੀ ਪੋਇਮ ਦਾ ਜੋ ਆਕਾਰ ਹੈ, ਜੋ ਸਾਈਜ਼ ਹੈ ਤੁਹਾਡੇ ਲਿਖਣ ਦਾ, ਉਹ ਥੋੜ੍ਹਾ ਵੱਡਾ ਹੋ ਜਾਵੇਗਾ, ਜਿਸ ਨਾਲ ਤੁਹਾਨੂੰ ਵੱਧ ਨੰਬਰ ਆ ਸਕਦੇ ਨੇ। ਤਾਂ ਇਹਦੀ 2 ਪੋਇਮਾਂ ਹਰੇਕ ਪੋਇਮ 'ਚ ਲਿਖ ਸਕਦੇ ਹੋ, 2 ਲਾਈਨਾਂ। ਦਿਸ ਇਜ਼ ਵੈਰੀ ਬਿਊਟੀਫੁਲ ਪੋਇਮ, ਇਟ ਗਿਵਜ਼ ਏ ਗੁੱਡ ਮੈਸੇਜ। ਇਹ ਬੜੀ ਵਧੀਆ ਪੋਇਮ ਹੈ ਅਤੇ ਇਹ ਵਧੀਆ ਮੈਸੇਜ ਦਿੰਦੀ ਹੈ, ਕਿਉਂਕਿ ਹਰ ਇੱਕ ਜੋ ਪੋਇਮ ਹੁੰਦੀ ਆ, ਹਰ ਇੱਕ ਜੋ ਲੈਸਨ ਹੁੰਦਾ, ਉਹ ਸਾਨੂੰ ਦਿੰਦਾ ਤਾਂ ਵਧੀਆ ਮੈਸੇਜ ਹੀ ਹੈ ਨਾ, ਸਾਨੂੰ ਵਧੀਆ ਸੁਨੇਹਾ ਹੀ ਦਿੰਦਾ ਹੈ। ਇਸ ਲਈ ਤੁਸੀਂ ਇਹ ਦੋਨੇ, ਦਿਸ ਇਜ਼ ਏ ਵੈਰੀ ਬਿਊਟੀਫੁਲ ਪੋਇਮ ਐਂਡ ਇਟ ਗਿਵਜ਼ ਏ ਗੁੱਡ ਮੈਸੇਜ, ਤੇ ਦੋਨੇ ਲਾਈਨਸ ਹਰੇਕ ਪੋਇਮ ਦੇ ਸ਼ੁਰੂ ਵਿੱਚ ਤੁਸੀਂ, ਹਰੇਕ ਪੋਇਮ ਦੇ ਸੈਂਟਰਲ ਆਈਡੀਆ ਵਿੱਚ ਤੁਸੀਂ ਲਿਖ ਸਕਦੇ ਹੋ। ਡੈਥ ਇਜ਼ ਵੈਰੀ ਪਾਵਰਫੁਲ। ਜੋ ਮੌਤ ਹੈ ਉਹ ਬੜੀ ਮਹਾਨ ਹੈ, ਜੋ ਮੌਤ ਹੈ ਉਹ ਬੜੀ ਸ਼ਕਤੀਸ਼ਾਲੀ ਹੈ। ਇਟ ਸਪੇਅਰਜ਼ ਨਨ। ਇਹ ਕਿਸੇ ਨੂੰ ਨਹੀਂ ਛੱਡਦੀ, ਭਾਵ ਚਾਹੇ ਅਮੀਰ ਆ ਚਾਹੇ ਗਰੀਬ ਆ, ਚਾਹੇ ਰਾਜਾ ਚਾਹੇ ਮਹਾਰਾਜਾ, ਇਹ ਕਿਸੇ ਨੂੰ ਨਹੀਂ ਛੱਡਦੀ। ਸਿਕੰਦਰ ਮਹਾਨ ਬਾਰੇ ਤੁਸੀਂ ਸੁਣਿਆ ਹੋਵੇਗਾ, ਜਿਸ ਨੇ 326 ਈਸਵੀ ਪੂਰਵ ਵਿੱਚ ਭਾਰਤ ਉੱਤੇ ਹਮਲਾ ਕੀਤਾ ਸੀ। ਤਾਂ ਉਹ ਚਾਹੁੰਦਾ ਸੀ ਕਿ ਮੈਂ ਆਲ ਦਾ ਵਰਲਡ, ਮੈਂ ਸਾਰੇ ਸੰਸਾਰ ਨੂੰ ਜਿੱਤ ਲਵਾਂ। ਪਰ ਅਖੀਰ ਜਦੋਂ ਉਸ ਦੀ ਮੌਤ ਹੋਈ ਤਾਂ ਫਿਰ ਉਹ ਕੀ ਲੈ ਗਿਆ ਇੱਥੋਂ? ਤਾਂ ਤੁਸੀਂ ਇਸ ਤੋਂ ਸਮਝ ਸਕਦੇ ਹੋ, ਡੈਥ ਸਪੇਅਰਜ਼ ਨਨ। ਇਹ ਕਿਸੇ ਨੂੰ ਨਹੀਂ ਛੱਡਦੀ, ਚਾਹੇ ਉਹ ਸਿਕੰਦਰ ਹੈ, ਚਾਹੇ ਉਹ ਕੋਈ ਮਰਜ਼ੀ ਹੈ, ਚਾਹੇ ਉਹ ਸਿਕੰਦਰ ਹੈ, ਚਾਹੇ ਉਹ ਅਕਬਰ ਹੈ, ਚਾਹੇ ਉਹ ਅਸ਼ੋਕ ਹੈ, ਇਹ ਕਿਸੇ ਨੂੰ ਨਹੀਂ ਛੱਡਦੀ। ਇਟ ਸਪੇਅਰਜ਼ ਨਨ। ਡੈਥ ਇਜ਼ ਏ ਗ੍ਰੇਟ ਲੇਬਲਰ। ਜੋ ਮੌਤ ਹੈ ਇਹ ਇੱਕ ਮਹਾਨ ਲੇਬਲਰ ਹੈ, ਭਾਵ ਸਭ ਦੇ ਲਈ ਇਹ ਬਰਾਬਰ ਹੈ, ਇਹ ਸਭ ਨੂੰ ਲੇਬਲ ਦੇ ਵਿੱਚ ਰੱਖਦੀ ਹੈ। ਆਲ ਆਰ ਸੇਮ ਬਿਫੋਰ ਡੈਥ। ਸਾਰੇ ਮੌਤ ਦੇ ਸਾਹਮਣੇ ਸਮਾਨ ਹਨ। ਕੋਈ ਵੀ ਭਾਵ ਮੌਤ ਕਿਸੇ ਨਾਲ, ਚਾਹੇ ਉਹ ਕੋਈ ਵੀ ਹੈ, ਮੌਤ ਦੇ ਲਈ ਸਾਰੇ ਸਮਾਨ ਹਨ, ਤੇ ਕਿਸੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕਰਦੀ। ਤਾਂ ਦਿਸ ਇਜ਼ ਏ ਵੈਰੀ ਬਿਊਟੀਫੁਲ ਪੋਇਮ, ਇਟ ਗਿਵਜ਼ ਏ ਗੁੱਡ ਮੈਸੇਜ। ਇਹ ਬੜੀ ਵਧੀਆ ਕਹਾਣੀ ਹੈ, ਇਹ ਵਧੀਆ ਮੈਸੇਜ ਦਿੰਦੀ ਹੈ, ਵਧੀਆ ਸੁਨੇਹਾ ਦਿੰਦੀ ਹੈ। ਡੈਥ ਇਜ਼ ਵੈਰੀ ਪਾਵਰਫੁਲ। ਜੋ ਮੌਤ ਹੈ ਇਹ ਬੜੀ ਸ਼ਕਤੀਸ਼ਾਲੀ ਹੈ। ਇਟ ਸਪੇਅਰਜ਼ ਨਨ। ਇਹ ਕਿਸੇ ਨੂੰ ਨਹੀਂ ਛੱਡਦੀ। ਡੈਥ ਇਜ਼ ਏ ਗ੍ਰੇਟ ਲੇਬਲਰ। ਜੋ ਮੌਤ ਹੈ ਇਹ ਮਹਾਨ ਲੇਬਲਰ ਹੈ, ਭਾਵ ਬਰਾਬਰ ਰੱਖਦੀ ਹੈ। ਆਲ ਆਰ ਸੇਮ ਬਿਫੋਰ ਡੈਥ। ਸਾਰੇ ਮੌਤ ਦੇ ਸਾਹਮਣੇ ਬਰਾਬਰ ਹਨ। ਇਸ ਤਰ੍ਹਾਂ ਅਸੀਂ ਨੇ ਸਾਨੂੰ 3 ਕੁਐਸਚਨ ਆਉਣਗੇ ਅਤੇ ਤਿੰਨਾਂ ਦੇ ਵਿੱਚੋਂ ਅਸੀਂ 2 ਕਰਨੇ ਨੇ, ਜਿਹੜੇ 2-2 ਮਾਰਕਸ ਦੇ ਹੋਣਗੇ। ਤਾਂ 2 ਗੁਣਾ 2 4। ਜੋ ਮੇਨ ਕੋਰਸ ਦੇ ਕੁਐਸਚਨ ਆਉਣੇ ਨੇ ਉਹ 4 ਨੰਬਰ ਦੇ ਆਉਣੇ ਨੇ,
3 ਕੁਐਸਚਨ ਆਉਣਗੇ ਤੁਹਾਨੂੰ, ਜਿਨ੍ਹਾਂ ਵਿੱਚੋਂ ਤੁਸੀਂ 2 ਕਰਨੇ ਨੇ। ਅੱਗੇ ਸਾਡਾ ਆਨਸਰ 1 ਕੁਐਸਚਨ ਆਊਟ ਆਫ ਦਾ ਫੋਲੋਇੰਗ। ਫਿਰ ਸਾਡੀ ਆ ਜਾਂਦੀ ਹੈ ਸਪਲੀਮੈਂਟਰੀ ਇੰਗਲਿਸ਼ ਲਿਟਰੇਚਰ। ਤਾਂ ਤੁਹਾਨੂੰ ਇਸ ਦੇ ਵਿੱਚੋਂ 2 ਕੁਐਸਚਨ ਆਉਣਗੇ ਤਾਂ ਤੁਸੀਂ 1 ਕਰਨਾ ਹੋਊਗਾ। ਤੁਹਾਨੂੰ 2 ਕੁਐਸਚਨ ਆਉਣਗੇ ਅਤੇ ਤੁਸੀਂ 1 ਕਰਨਾ ਹੋਊਗਾ ਅਤੇ 1 ਕੁਐਸਚਨ 3 ਮਾਰਕਸ ਦਾ ਹੋਊਗਾ। ਵਾਟ ਡਿਡ ਦਾ ਆਊਥਰ ਡੂ ਬਿਫੋਰ ਹੀ ਲੋਸਟ ਹਿਜ਼ ਆਈਸਾਈਟ। ਜੋ ਲੇਖਕ ਹੈ ਆਪਣੀ ਨਜ਼ਰ ਖੋਣ ਤੋਂ ਪਹਿਲਾਂ, ਭਾਵ ਅੰਨ੍ਹਾ ਹੋਣ ਤੋਂ ਪਹਿਲਾਂ ਉਹ ਕੀ ਕੰਮ ਕਰਦਾ ਸੀ। ਹੀ ਵਾਜ਼ ਏ ਪੇਂਟਰ। ਉਹ ਪੇਂਟਰ ਸੀ। ਜੋ ਲੇਖਕ ਸੀ ਅੰਨ੍ਹਾ ਹੋਣ ਤੋਂ ਪਹਿਲਾਂ ਉਹ ਪੇਂਟਰ ਸੀ। ਬਟ ਹੈਪਨਡ ਵੈਨ ਦਾ ਆਊਥਰ ਸੈਕਿੰਡ ਆਪਰੇਸ਼ਨ ਫੇਲਡ। ਜਦੋਂ ਲੇਖਕ ਦਾ ਦੂਜਾ ਆਪਰੇਸ਼ਨ ਫੇਲ ਹੋ ਗਿਆ ਤਾਂ ਕੀ ਹੋਇਆ। ਹੂ ਕੰਸੋਲਡ ਹਿਮ ਦੈਨ। ਉਸ ਨੂੰ ਕਿਸ ਨੇ ਹੌਸਲਾ ਦਿੱਤਾ। ਜੇਕਰ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਵੇ ਅਤੇ ਡਾਕਟਰ ਕਹਿ ਦੇ ਕਿ ਇਸ ਦਾ ਇਹ ਆਪਰੇਸ਼ਨ ਕਾਮਯਾਬ ਨਹੀਂ ਹੋਇਆ, ਤਾਂ ਅਸੀਂ ਸੋਚ ਸਕਦੇ ਹਾਂ ਕਿ ਸਾਡੇ ਦਿਲ ਦੇ ਉੱਤੇ ਅਸੀਂ ਕੀ ਸੋਚਾਂਗੇ। ਸਾਡੀ ਰੂਹ ਕੰਬ ਜਾਂਦੀ ਹੈ। ਸਾਡੀ ਰੂਹ ਕੰਬ ਜਾਂਦੀ ਹੈ। ਮੈਂ ਤੁਹਾਨੂੰ ਠੇਠ ਪੰਜਾਬੀ ਵਿੱਚ ਤਾਂ ਦੱਸ ਰਿਹਾ ਤਾਂ ਕਿ ਤੁਹਾਨੂੰ ਜੋ ਬੱਚਿਆਂ ਦੇ ਮਨ ਦੇ ਵਿੱਚ ਇੰਗਲਿਸ਼ ਦੇ ਪ੍ਰਤੀ ਡਰ ਹੈ ਉਹ ਨਿਕਲ ਜੇ। ਕਿਉਂਕਿ ਜੇਕਰ ਸਾਨੂੰ ਕਿਸੇ ਵੀ ਗੱਲ ਦੀ ਪੰਜਾਬੀ ਪਤਾ ਹੋਊ ਤਾਂ ਅਸੀਂ ਉਸ ਦੀ ਇੰਗਲਿਸ਼ ਸੌਖੀ ਤਰ੍ਹਾਂ ਬਣਾ ਸਕਦੇ ਹਾਂ। ਬਟ ਹੈਪਨਡ ਵੈਨ ਦਾ ਆਊਥਰ ਸੈਕਿੰਡ ਆਪਰੇਸ਼ਨ ਫੇਲਡ। ਕੀ ਹੋਇਆ ਤਾਂ ਸਭ ਨੂੰ ਪਤਾ ਹੀ ਹੈ। ਦਾ ਆਊਥਰ ਗੋਟ ਅਪਸੈਟ। ਉਹ ਅਪਸੈਟ ਹੋ ਗਿਆ, ਉਹ ਅਸ਼ਾਂਤ ਹੋ ਗਿਆ। ਉਹ ਕੀ ਸਾਰੇ ਹੁੰਦੇ ਹਾਂ ਅਸੀਂ। ਹੂ ਕੰਸੋਲਡ ਹਿਮ ਦੈਨ। ਉਸ ਨੂੰ ਕਿਸ ਨੇ ਹੌਸਲਾ ਦਿੱਤਾ। ਨਯਮ। ਨਯਮ ਨਾਂ ਦਾ ਇੱਕ ਵਿਅਕਤੀ ਸੀ। ਨਯਮ ਕੰਸੋਲਡ ਹਿਮ। ਨਯਮ ਨੇ ਉਸ ਨੂੰ ਹੌਸਲਾ ਦਿੱਤਾ। ਇਸ ਤੋਂ ਅੱਗੇ ਡੂ ਐਜ਼ ਡਾਇਰੈਕਟ। ਇਹ ਗ੍ਰਾਮਰ ਦਾ ਕੰਮ ਹੈ। ਇਹ ਤੁਹਾਨੂੰ 2 ਨੰਬਰ ਦਾ ਆਊਗਾ ਅਤੇ 2 ਤੁਹਾਨੂੰ ਆਉਣਗੇ ਅਤੇ 1 ਨੰਬਰ ਦੇ ਆਉਣਗੇ। ਫਿਲ ਇਨ ਦਾ ਬਲੈਂਕਸ ਵਿਦ ਸੁਟੇਬਲ ਮੋਡਾਲ। ਇਸ ਤੁਸੀਂ ਮੋਡਾਲ ਭਰਨਾ ਹੈ। ਵੀ ਸ਼ੁੱਡ ਡੂ ਐਜ਼ ਵੀ ਆਰ ਟੋਲਡ। ਸਾਨੂੰ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਸਾਨੂੰ ਕਿਹਾ ਜਾਂਦਾ ਹੈ। ਜਿਹੜਾ ਸ਼ੁੱਡ ਹੈ, ਸ਼ੁੱਡ ਇਹ ਅਸੀਂ ਜਦੋਂ ਕਿਸੇ ਨੂੰ ਕੋਈ ਸਲਾਹ ਦਿੰਦੇ ਹਾਂ, ਕਿਸੇ ਨੂੰ ਕੋਈ ਨਸੀਹਤ ਦਿੰਦੇ ਹਾਂ ਕਿ ਤੁਹਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ, ਉਦੋਂ ਅਸੀਂ ਸ਼ੁੱਡ ਲਾਉਂਦੇ ਹਾਂ। ਤਾਂ ਵੀ ਸ਼ੁੱਡ ਡੂ ਐਜ਼ ਵੀ ਆਰ ਟੋਲਡ। ਫਿਲ ਇਨ ਦਾ ਬਲੈਂਕ ਵਿਦ ਕਰੈਕਟ ਵਰਡ। ਇਹ ਤੁਹਾਨੂੰ ਵੋਕੈਬਲਰੀ ਵਰਡਸ ਨੇਗੇ ਜਿਨ੍ਹਾਂ ਵਿੱਚੋਂ ਤੁਹਾਨੂੰ ਪਜ਼ਲ ਕਰਨ ਵਾਲਾ ਹੈ। ਹੀ ਵਾਜ਼ ਗੋਟ ਫਰੀ ਔਨ ਬੇਲ। ਇਹਨਾਂ ਨੇ 2 ਦਿੱਤੇ ਹੋਏ ਆ ਆਪਾਂ ਨੂੰ। ਹੀ ਵਾਜ਼ ਗੋਟ ਫਰੀ ਔਨ ਬੇਲ ਭਾਵ ਬੇਲ। ਇੱਥੇ ਜੇ ਦੇਖੀਏ ਅਸੀਂ ਇੱਕ BAIL ਵੇਲ, ਇੱਕ BALE। ਜੋ BAIL ਹੈ ਇਸ ਦਾ ਭਾਵ ਹੁੰਦਾ ਹੈ ਜ਼ਮਾਨਤ। ਉਹ ਜ਼ਮਾਨਤ ਜਦੋਂ ਕੋਈ ਕੈਦੀ ਹੁੰਦਾ ਹੈ ਅਤੇ ਉਸਨੂੰ ਮਹੀਨੇ 2 ਮਹੀਨੇ ਜਾਂ ਕੁਝ ਸਮੇਂ ਵਾਸਤੇ ਜਦੋਂ ਉਸਨੂੰ ਜੇਲ੍ਹ ਵਿੱਚੋਂ ਛੱਡਿਆ ਜਾਂਦਾ ਹੈ ਤਾਂ ਉਸ ਨੂੰ ਅਸੀਂ ਪੰਜਾਬੀ ਵਿੱਚ ਜ਼ਮਾਨਤ ਕਹਿੰਦੇ ਹਾਂ। ਤਾਂ ਹੀ ਵਾਜ਼ ਗੈਟ ਫਰੀ ਔਨ ਬੇਲ। BAIL ਬੇਲ ਹੁੰਦੀ ਹੈ ਜ਼ਮਾਨਤ। ਜਿਹੜਾ ਦੂਜਾ ਹੈ ਉਸ ਦਾ ਭਾਵ ਹੁੰਦਾ ਗਾ ਕੱਪੜਿਆਂ ਦੀ ਗੱਠ। ਕਿਸੇ ਗੱਠ ਹੋਵੇ ਜਿਵੇਂ ਕਿ ਕੱਪੜਿਆਂ ਦਾ ਕਾਫੀ ਕੱਪੜੇ ਅਸੀਂ ਕਿਸੇ ਕੱਪੜੇ ਵਿੱਚ ਅੱਗੇ ਬੰਨੇ ਹੋਣ ਤਾਂ ਉਸਨੂੰ ਗੱਠ ਕਿਹਾ ਜਾਂਦਾ। ਤਾਂ BALE ਦਾ ਮਤਲਬ ਹੈ ਕੱਪੜਿਆਂ ਦੀ ਗੱਠ। ਇਸ ਤੋਂ ਅੱਗੇ ਕੁਐਸਚਨ ਨੰਬਰ 5 ਯੂ ਆਰ ਰੋਹਨ। ਇਹ ਤੁਹਾਨੂੰ ਲੈਟਰ ਆਵੇਗਾ, ਲੈਟਰ ਜਾਂ ਪੈਰਾਗ੍ਰਾਫ। ਇਹ ਤੁਸੀਂ ਦੋਨਾਂ ਵਿੱਚੋਂ 1 ਕਰਨਾ ਹੈ ਜੋ ਕਿ 6 ਨੰਬਰ ਦਾ ਹੈ। ਤੁਹਾਨੂੰ ਲੈਟਰ ਅਤੇ ਪੈਰਾਗ੍ਰਾਫ ਆਵੇਗਾ, ਦੋਨਾਂ ਵਿੱਚੋਂ 1 ਕਰਨਾ ਹੈ ਜੋ ਕਿ 6 ਨੰਬਰ ਦਾ ਹੈ। ਜਿਵੇਂ ਕਿ ਪਹਿਲਾ ਹੈ ਯੂ ਆਰ ਰੋਹਨ ਐਂਡ ਲਿਵਿੰਗ ਐਟ 24 ਮਾਲ ਰੋਡ ਸ਼ਿਮਲਾ। ਤੁਹਾਡਾ ਨਾਮ ਰੋਹਨ ਹੈ ਅਤੇ ਤੁਸੀਂ ਸ਼ਿਮਲਾ 'ਚ ਰਹਿੰਦੇ ਹੋ। ਰਾਈਟ ਐ ਲੈਟਰ ਟੂ ਯੂਅਰ ਕਜ਼ਨ। ਕਜ਼ਨ ਹੁੰਦਾ ਗਾ ਸਾਡਾ ਚਾਚੇ ਤਾਏ ਦਾ ਮੁੰਡਾ ਜਾਂ ਕੁੜੀ। ਤੁਸੀਂ ਆਪਣੇ ਕਜ਼ਨ ਨੂੰ ਲੈਟਰ ਲਿਖੋ। ਪੁਲਕਿਟ, ਉਸ ਦਾ ਨਾਮ ਪੁਲਕਿਟ ਹੈ। ਇਨਵਾਈਟਿੰਗ ਹਿਮ ਟੂ ਸਪੈਂਡ ਵਿੰਟਰ ਬ੍ਰੇਕ ਵਿਦ ਯੂ। ਉਸ ਨੂੰ ਆਪਣੇ ਨਾਲ ਸਰਦੀ ਦੀਆਂ ਛੁੱਟੀਆਂ ਬਣਾਉਣ ਲਈ ਆਪਣੇ ਕੋਲ ਬੁਲਾਓ। ਆਪਣੇ ਕੋਲ ਬੁਲਾਓ। ਜਿਵੇਂ ਕਿ ਤੁਹਾਨੂੰ ਨੀਚੇ ਮੈਂ ਪੂਰੀ ਸੋਲਵ ਕੀਤੀ ਹੋਈ ਹੈ, ਬੜੇ ਸੌਖੀ ਇਹ ਤੁਸੀਂ ਕਰ ਸਕਦੇ ਹੋ। ਜਿਵੇਂ ਆਈ ਐਮ ਫਾਈਨ ਐਂਡ ਹੋਪ ਦਾ ਸੇਮ ਫੋਰ ਯੂ। ਜੇਕਰ ਕੋਈ ਲੈਟਰ ਦੁੱਖ ਵਾਲੀ ਨਹੀਂ ਤਾਂ ਤੁਸੀਂ ਇਹ ਸ਼ਬਦ
ਇਹ ਲਾਈਨ ਲਿਖ ਸਕਦੇ ਹੋ, ਆਈ ਐਮ ਫਾਈਨ ਐਂਡ ਹੋਪ ਦਾ ਸੇਮ ਫॉर ਯੂ। ਆਈ ਐਮ ਰਾਈਟਿੰਗ ਦਿਸ ਲੈਟਰ ਇਨਵਾਈਟਿੰਗ ਯੂ ਟੂ ਸਪੈਂਡ ਯੂਅਰ ਵਿੰਟਰ ਬ੍ਰੇਕ ਵਿਦ ਮੀ। ਇਹ ਤੁਹਾਡੀ ਜੋ ਲੈਟਰ ਦਾ ਹੈਡਿੰਗ ਹੈ ਤੁਸੀਂ ਉਸ ਦੇ ਵਿੱਚੋਂ ਹੀ ਲਿਖ ਸਕਦੇ ਹੋ। ਆਈ ਐਮ ਰਾਈਟਿੰਗ ਦਿਸ ਲੈਟਰ ਇਨਵਾਈਟਿੰਗ, ਹਿਮ ਦਾ ਬਣ ਜੂਗਾ ਯੂ, ਇਨਵਾਈਟਿੰਗ ਯੂ ਟੂ ਸਪੈਂਡ ਵਿੰਟਰ ਬ੍ਰੇਕ ਵਿਦ ਮੀ। ਇਹ ਪਰਸਨ ਚੇਂਜ ਹੋ ਜਾਂਦੇ ਨੇ। ਇਹ ਮੈਂ ਤੁਹਾਨੂੰ ਕਿਸੇ ਵੱਖਰੀ ਵੀਡੀਓ ਰਾਹੀਂ ਜੋ ਤੁਹਾਡੀ ਗ੍ਰਾਮਰ ਹੈ 10ਵੀਂ ਕਲਾਸ ਦੀ ਇੰਗਲਿਸ਼ ਦੀ, ਉਹ ਮੈਂ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ, ਬਿਲਕੁਲ ਦੇਸੀ ਤਰੀਕੇ ਨਾਲ ਕਰਾਵਾਂਗਾ। ਸ਼ੁਰੂ ਕਰਾਂਗੇ ਬਿਲਕੁਲ ਦੇਸੀ ਤਰੀਕੇ ਤੋਂ, ਉਹ ਤੁਹਾਡੇ ਇਸ ਜੁਲਾਈ ਟੈਸਟ ਤੋਂ ਬਾਅਦ ਮੈਂ ਕਰਾਵਾਂਗਾ। ਇਟ ਵਿਲ ਬੀ ਗ੍ਰੇਟ ਫਨ ਇਫ ਵੀ ਸਪੈਂਡ ਆਵਰ ਵਿੰਟਰ ਬ੍ਰੇਕ ਵਿਦ ਯੂਅਰ ਵਿੰਟਰ ਬ੍ਰੇਕ ਵਿਦ ਮੀ। ਕਹਿੰਦਾ ਬੜਾ ਵਧੀਆ ਹੋਵੇਗਾ ਜੇਕਰ ਤੁਸੀਂ ਆਪਣੀ ਗਰਮੀ ਦੀਆਂ ਛੁੱਟੀਆਂ ਮੇਰੇ ਨਾਲ ਇੱਥੇ ਰਹਿ ਕੇ ਆਪਾਂ ਇਕੱਠੇ ਬਿਤਾਈਏ। ਵੀ ਵਿਲ ਹੈਵ ਨਾਈਸ ਟਾਈਮ ਟੂਗੈਦਰ, ਸਾਡੇ ਕੋਲ ਬਹੁਤ ਵਧੀਆ ਸਮਾਂ ਹੋਵੇਗਾ। ਵੀ ਵਿਲ ਗੋ ਟੂ ਮੈਨੀ ਪਲੇਸਿਸ, ਅਸੀਂ ਕਈ ਥਾਵਾਂ 'ਤੇ ਜਾਵਾਂਗੇ। ਸ਼ਿਮਲਾ ਵਿੱਚ ਬਹੁਤ ਕੁਝ ਦੇਖਣ ਹੈ, ਮਾਲ ਰੋਡ, ਹੋਰ ਬਹੁਤ ਕੁਝ ਦੇਖਣ ਯੋਗ ਹੈ। ਵੀ ਵਿਲ ਪਲੇ ਇਨ ਸਨੋ, ਅਸੀਂ ਬਰਫ਼ ਵਿੱਚ ਖੇਡਾਂਗੇ। ਆਈ ਹੋਪ ਯੂ ਵਿਲ ਕਮ ਦਿਸ ਈਅਰ, ਮੈਨੂੰ ਉਮੀਦ ਹੈ ਤੁਸੀਂ ਇਸ ਸਾਲ ਜ਼ਰੂਰ ਆਵੋਗੇ। ਵਿਦ ਰਿਗਾਰਡਸ ਟੂ ਅੰਕਲ ਐਂਡ ਆਂਟ, ਚਾਚੇ ਚਾਚੀ ਨੂੰ ਵੀ, ਜਿਵੇਂ ਅਸੀਂ ਕਹਿ ਦਿੰਦੇ ਹਾਂ ਪੰਜਾਬੀ 'ਚ, ਨਮਸਕਾਰ। ਯੂਅਰਸ ਰੋਹਨ, ਇੱਥੇ ਤੁਸੀਂ ਜੋ ਲੈਟਰ ਦੇ ਹੈਡਿੰਗ ਦਿੱਤਾ ਹੋਏਗਾ ਉਹ ਪਾਵਾਂਗੇ। ਇਸ ਤਰ੍ਹਾਂ ਤੁਹਾਨੂੰ ਪੈਰਾਗ੍ਰਾਫ ਆਵੇਗਾ, ਉਹ ਤੁਸੀਂ ਕਰ ਸਕਦੇ ਹੋ। ਦੋਨਾਂ ਵਿੱਚੋਂ ਤੁਸੀਂ ਇੱਕ ਕਰਨਾ ਹੈ, ਜਾਂ ਪੈਰਾਗ੍ਰਾਫ ਜਾਂ ਲੈਟਰ, ਜੋ 6 ਨੰਬਰ ਦਾ ਹੈ। ਇਸ ਤਰ੍ਹਾਂ ਤੁਹਾਡਾ ਜੋ 22 ਮੰਥਲੀ 22 ਮੰਥਲੀ 2 ਮਹੀਨਿਆਂ ਦਾ ਜੋ ਤੁਹਾਡਾ ਅਪ੍ਰੈਲ ਅਤੇ ਮਈ ਦਾ ਸਿਲੇਬਸ ਹੈ, ਉਹਦੇ ਵਿੱਚੋਂ ਤੁਹਾਨੂੰ ਟੈਸਟ ਆਵੇਗਾ 20 ਨੰਬਰਾਂ ਦਾ, ਜੋ ਕਿ ਸਾਰੇ ਬੱਚਿਆਂ ਲਈ ਜ਼ਰੂਰੀ ਹੈ, ਕਿਉਂਕਿ ਜੋ ਤੁਹਾਡੇ ਫਾਈਨਲ ਪੇਪਰ ਦੇ ਮਾਰਕਸ ਨੇ ਉਹ ਇਹਨਾਂ ਦੇ ਅਕੋਰਡਿੰਗ ਹੀ ਅੱਗੇ ਜਾਂਦੇ ਨੇ। ਤਾਂ ਸਾਰੇ ਬੱਚੇ ਵੱਧ ਚੜ੍ਹ ਕੇ ਜਿੰਨਾ ਹੋ ਸਕਦਾ ਗਾ, ਸਾਰੇ ਬੱਚੇ 10th ਕਲਾਸ ਦੇ ਆਪਣੇ ਜੋ ਤੁਹਾਡੇ ਜੁਲਾਈ ਦੇ ਟੈਸਟ ਨੇ ਸਾਰੇ ਸਬਜੈਕਟਾਂ ਦੇ ਦਿਓ, ਤਾਂ ਜੋ ਤੁਹਾਡੇ ਫਾਈਨਲ ਪੇਪਰ ਦੇ ਵਿੱਚੋਂ ਵਧੀਆ ਨੰਬਰ ਆ ਸਕਣ। ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰਾ ਇਹ ਦੇਸੀ ਜਿਹਾ ਤਰੀਕਾ ਸਮਝਾਉਣ ਦਾ ਵਧੀਆ ਲੱਗਿਆ ਹੋਵੇਗਾ। ਜੇਕਰ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਤਾਂ ਜੋ ਹੋਰ ਬੱਚਿਆਂ ਨੂੰ ਵੀ ਸਮਝ ਆ ਸਕੇ। ਥੈਂਕਸ।